देखो, in the last lecture we have studied about the properties of solid, liquid and gases. Also we have done the compare properties of solids, liquids and gases. ਉਸ ਤੋਂ ਬਾਅਦ ਆਪਾਂ ਟੌਪਿਕ ਜਿਹੜਾ ਡਿਸਕਸ ਕੀਤਾ ਸੀ ਦੈਟ ਵਾਜ਼ ਟੈਂਪਰੇਚਰ। ਟੈਂਪਰੇਚਰ ਕੀ ਸੀ? ਇਟ ਇਜ਼ ਦ ਡਿਗਰੀ ਆਫ ਹੌਟਨੈਸ ਔਰ ਕੋਲਡਨੈਸ ਆਫ ਅ ਬੋਡੀ। ਕਿਸੇ ਵੀ ਬੋਡੀ ਦਾ ਟੈਂਪਰੇਚਰ ਕੀ ਹੁੰਦਾ ਆਪਣੇ ਕੋਲ, ਉਹਦੀ ਡਿਗਰੀ ਹੁੰਦੀ ਆ ਹੌਟਨੈਸ ਔਰ ਕੋਲਡਨੈਸ। ਉਹਨੂੰ ਜਿਹੜਾ ਮੈਜ਼ਰ ਕੀਤਾ ਸੀ ਆਪਾਂ ਮੇਨਲੀ 2 ਸਕੇਲਸ ਦੇ ਵਿੱਚ ਮੈਜ਼ਰ ਕੀਤਾ ਸੀ, ਦੈਟ ਵਾਜ਼ ਸੈਲਸੀਅਸ ਐਂਡ ਕੈਲਵਿਨ। ਉਸ ਤੋਂ ਬਾਅਦ ਆਪਾਂ ਪੜ੍ਹਿਆ ਸੀ ਐਬਸੋਲਿਊਟ ਟੈਂਪਰੇਚਰ। ਆਫਟਰ ਦੈਟ ਉਸ ਤੋਂ ਬਾਅਦ ਆਪਾਂ ਰਿਲੇਸ਼ਨਸ਼ਿਪ ਪੜ੍ਹਿਆ ਸੀ, ਵਟ ਇਜ਼ ਦ ਰਿਲੇਸ਼ਨਸ਼ਿਪ ਬਿਟਵੀਨ ਦ ਟੈਂਪਰੇਚਰ ਸਕੇਲ ਦੈਟ ਇਜ਼ ਸੈਲਸੀਅਸ ਐਂਡ ਕੈਲਵਿਨ। ਉਸ ਤੋਂ ਬਾਅਦ ਕੁਐਸਚਨਸ ਕਰੇ ਸੀ ਹਾਊ ਵੀ ਕੈਨ ਕਨਵਰਟ ਦੈਟ ਸੈਲਸੀਅਸ ਟੂ ਕੈਲਵਿਨ ਔਰ ਕੈਲਵਿਨ ਟੂ Celsius. And today we are going to discuss that is interconversion of the states of matter. As we know, there are 3 states of matter: solid, liquid or gas. Solid ਨੂੰ ਆਪਾਂ liquid ਦੇ ਵਿੱਚ ਜਾਂ liquid ਨੂੰ gas ਦੇ ਵਿੱਚ ਜਾਂ ਗੈਸ ਤੋਂ ਲਿਕਵਿਡ ਤੋਂ ਸੋਲਿਡਸ ਦੇ ਵਿੱਚ ਕਿੱਦਾਂ ਕਨਵਰਟ ਕਰ ਸਕਦੇ ਹਾਂ। ਜਿਹੜੀ ਇਹ ਪ੍ਰੋਸੈਸ ਹੈ ਕਨਵਰਟ ਕਰਨ ਦੀ, ਦੈਟ ਇਜ਼ ਸੋਲਿਡ ਤੋਂ ਲਿਕਵਿਡ ਤੋਂ ਗੈਸ, ਉਹ ਵਾਲੀ ਪ੍ਰੋਸੈਸ ਨੂੰ ਕੀ ਕਹਿੰਦੇ ਆ ਆਪਾਂ? ਇੰਟਰ ਕਨਵਰਜਨ ਆਫ ਸਟੇਟ ਆਫ ਮੈਟਰ। ਦੈਟ ਇਜ਼ ਦ ਫਿਨੋਮੀਨਾ due to which matter changes from one state to another state and back to its original state on altering the conditions of temperature and pressure. ਹੁਣ ਦੇਖੋ, ਸੋਲਿਡਸ ਤੋਂ ਕੀ ਬਣ ਰਹੇ ਨੇ ਆਪਣੇ ਕੋਲ? ਲਿਕਵਿਡਸ ਤੋਂ ਕੀ ਬਣ ਰਹੀਆਂ ਨੇ ਆਪਣੇ ਕੋਲ? ਗੈਸ। ਜਾਂ ਅਲਟਰ ਦੇ ਵਿੱਚ ਕੀ ਹੋਊਗਾ? ਗੈਸ ਕਾਹਦੇ ਵਿੱਚ ਕਨਵਰਟ ਹੋਏਗੀ? ਲਿਕਵਿਡ ਕਾਹਦੇ ਵਿੱਚ ਕਨਵਰਟ ਹੋਏਗੀ? ਸੋਲਿਡਸ ਦੇ ਵਿੱਚ। ਉਹ ਵਾਲੀਆਂ ਕਿਹੜੀਆਂ ਕੰਡੀਸ਼ਨਸ ਨੇ ਆਪਣੇ ਕੋਲ ਜਿਹਦੇ ਕਰਕੇ ਆਪਣੇ ਕੋਲ ਸਟੇਟ ਕਿਸੇ ਵੀ ਮੈਟਰ ਦੀ ਚੇਂਜ ਹੁੰਦੀ ਹੈ? ਮੇਨਲੀ ਵੀ ਹੈਵ 2 ਕੰਡੀਸ਼ਨਸ, ਦੈਟ ਇਜ਼ ਟੈਂਪਰੇਚਰ ਐਂਡ ਪ੍ਰੈਸ਼ਰ। ਹੁਣ ਟੈਂਪਰੇਚਰ ਅਤੇ ਪ੍ਰੈਸ਼ਰ ਦੇ ਨਾਲ ਕਿਸੇ ਵੀ ਮੈਟਰ ਦੀ ਜਿਹੜੀ ਸਟੇਟ ਹੈ ਉਹ ਚੇਂਜ ਕਿਉਂ ਹੁੰਦੀ ਹੈ? ਮੇਨਲੀ ਇਹ ਡਿਪੈਂਡ ਕਾਹਦੇ 'ਤੇ ਕਰਦਾ ਆਪਣੇ ਕੋਲ? ਕਾਈਨੈਟਿਕ ਐਨਰਜੀ ਆਫ ਦਾ ਪਾਰਟੀਕਲਸ। ਜਿਸ ਦੀ ਪਾਰਟੀਕਲ ਕਾਈਨੈਟਿਕ ਐਨਰਜੀ ਜ਼ਿਆਦਾ ਹੋਏਗੀ, ਠੀਕ ਹੈ, ਉਹਦੇ ਕਰਕੇ ਆਪਣੇ ਕੋਲ ਕੀ ਹੁੰਦਾ ਹੈ? ਟੈਂਪਰੇਚਰ ਜਾਂ ਪ੍ਰੈਸ਼ਰ ਦਾ ਇਫੈਕਟ ਪੈਂਦਾ। ਦੇਖੋ, ਐਜ਼ ਵੀ ਨੋ ਦ ਸਟੇਟ ਆਫ ਦ ਸਬਸਟਾਂਸ ਕੈਨ ਆਲਸੋ ਬੀ ਚੇਂਜਡ ਬਾਏ ਪ੍ਰੈਸ਼ਰ। ਪਹਿਲਾਂ ਦੇਖੋ, ਹੁਣ ਆਪਣੇ ਕੋਲ ਸੋਲਿਡਸ ਤੋਂ ਕੀ ਬਣ ਰਹੇ ਨੇ? ਲਿਕਵਿਡ ਤੋਂ ਕੀ ਬਣ ਰਹੇ ਨੇ? ਗੈਸ। ਹੁਣ ਜਿਹੜੇ ਸੋਲਿਡਸ ਤੋਂ ਲਿਕਵਿਡਸ ਬਣ ਰਹੇ ਨੇ, ਠੀਕ ਹੈ, ਸੋਲਿਡਸ ਤੋਂ ਲਿਕਵਿਡਸ ਬਣ ਰਹੇ ਨੇ, ਕਾਹਦੇ ਕਰਕੇ ਬਣ ਰਹੇ ਨੇ? ਡਿਊ ਟੂ ਦਾ ਪ੍ਰੋਸੈਸ ਆਫ ਮੈਲਟਿੰਗ। ਸੇਮ ਵੇ ਲਿਕਵਿਡਸ ਤੋਂ ਸੋਲਿਡਸ ਬਣਨ ਦੀ ਜਿਹੜੀ ਪ੍ਰੋਸੈਸ ਹੈ ਉਹਨੂੰ ਕੀ ਕਹਿੰਦੇ ਆਪਾਂ? ਫਰੀਜ਼ਿੰਗ। ਉਸ ਤੋਂ ਬਾਅਦ ਲਿਕਵਿਡ ਤੋਂ ਗੈਸ ਬਣਨ ਦੀ ਜਿਹੜੀ ਪ੍ਰੋਸੈਸ ਹੈ, ਦੈਟ ਪ੍ਰੋਸੈਸ ਇਜ਼ ਨੋਨ ਐਜ਼ ਵੈਪੋਰਾਈਜੇਸ਼ਨ। ਸਿਮਿਲਰਲੀ ਗੈਸ ਤੋਂ ਲਿਕਵਿਡ ਬਣਨ ਦੀ ਜਿਹੜੀ ਪ੍ਰੋਸੈਸ ਹੈ ਉਹ ਪ੍ਰੋਸੈਸ ਨੂੰ ਕੀ ਕਹਿੰਦੇ ਆਪਾਂ? ਕੰਡੈਂਸੇਸ਼ਨ। ਐਂਡ same process, that means directly solid convert into gas or gas directly convert into solid, process is known as sublimation. ਠੀਕ ਹੈ। ਹੁਣ ਦੇਖੋ, ਆਪਣੇ ਕੋਲ 2 ਤਰ੍ਹਾਂ ਦੇ ਇਫੈਕਟ ਨੇ ਜਿਹਦੇ ਕਰਕੇ ਆਪਣੇ ਕੋਲ ਸਟੇਟ ਚੇਂਜ ਹੁੰਦੀ ਹੈ, ਦੈਟ ਇਜ਼ ਟੈਂਪਰੇਚਰ ਐਂਡ ਸੈਕਿੰਡ ਇਜ਼ ਪ੍ਰੈਸ਼ਰ। ਹੁਣ ਜਿਹੜੀ ਫਸਟ ਹੈ ਟੈਂਪਰੇਚਰ, ਠੀਕ ਹੈ। ਹੁਣ ਜਿੱਦਾਂ ਦੇਖੋ, ਆਪਣੇ ਕੋਲ ਸੋਲਿਡ ਤੋਂ ਕਾਹਦੇ ਵਿੱਚ ਕਨਵਰਟ ਹੋ ਰਹੇ ਨੇ? ਲਿਕਵਿਡ ਤੋਂ ਕਾਹਦੇ ਵਿੱਚ ਕਨਵਰਟ ਹੋ ਰਹੇ ਨੇ? ਗੈਸ। ਇਹਦੀ ਅਗਰ ਆਪਾਂ ਫਸਟ ਐਗਜ਼ਾਮਪਲ ਲਈਏ ਬਾਏ ਟੈਂਪਰੇਚਰ, ਦੇਖੋ ਟੈਂਪਰੇਚਰ ਫੋਰ ਐਗਜ਼ਾਮਪਲ ਆਪਣੇ ਕੋਲ ਸੋਲਿਡ ਐਗਜ਼ਾਮਪਲ ਲਈਏ, ਸਿੰਪਲ ਜੀ ਵਾਟਰ ਹੈ, ਠੀਕ ਹੈ। ਵਾਟਰ ਨੂੰ ਅਗਰ ਆਪਾਂ ਫਰਿੱਜ ਦੇ ਵਿੱਚ ਰੱਖ ਦਿੰਦੇ ਹਾਂ ਤਾਂ ਉਹ ਕਾਹਦੇ ਵਿੱਚ ਕਨਵਰਟ ਹੋ ਜਾਂਦਾ ਆਪਣੇ ਕੋਲ? ਆਈਸ ਨੂੰ ਆਪਾਂ ਅਗਰ ਹੀਟ ਦਈਏ, ਕਾਹਦੇ ਵਿੱਚ ਕਨਵਰਟ ਹੋ ਜਾਏਗੀ? ਟੈਂਪਰੇਚਰ। ਆਈਸ ਹੈ, ਅਗਰ ਆਪਾਂ ਉਹਨੂੰ ਹੀਟ ਦੇ ਰਹੇ ਹਾਂ ਡਿਊ ਟੂ ਟੈਂਪਰੇਚਰ, ਤਾਂ ਆਈਸ ਕਾਹਦੇ ਵਿੱਚ ਕਨਵਰਟ ਹੋ ਜਾਏਗੀ ਆਪਣੇ ਕੋਲ? ਵਾਟਰ ਦੇ ਵਿੱਚ, ਠੀਕ ਹੈ। ਵਾਟਰ ਨੂੰ ਅਗਰ ਆਪਾਂ ਹੋਰ ਜ਼ਿਆਦਾ ਹੀਟ ਦਈਏ ਤਾਂ ਵਾਟਰ ਹੈ ਜਿਹੜਾ ਉਹ ਕੀ ਹੋਣਾ ਸ਼ੁਰੂ ਹੋ ਜਾਂਦਾ ਆਪਣੇ ਕੋਲ? ਕਿਹੜੀ ਫੋਰਮ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ? ਵੇਪਰਸ ਫੋਰਮ ਨੂੰ ਆਪਾਂ ਕੀ ਕਹਿੰਦੇ ਹਾਂ? ਗੈਸ। ਤਾਂ ਹੁਣ ਉੱਥੇ ਜਿਹੜਾ ਆਪਣੇ ਕੋਲ ਆਈਸ ਤੋਂ ਵਾਟਰ ਬਣ ਰਿਹਾ, ਵਾਟਰ ਤੋਂ ਕੀ ਬਣ ਰਹੇ ਨੇ? ਵੇਪਰਸ,
ठीक है। तो ये वाली जी प्रोसैस है काहदे ते बेस्ड अपने को टैंपरेचर। हुण टैंपरेचर किद्दां बेस्ड है, देखो आइस आइस कित्थे पई हुंदी है अपने को फ्रीजर दे विच, जिहड़ा फ्रीजर है उत्थे टैंपरेचर की हुंदा अपने को बहुत ज़्यादा लैस, बहुत ज़्यादा घੱਟ टैंपरेचर हुंदा है। हुण आइस नूं जदों आपां बाहर कढ लैंदे आ तो जिहड़ी आइस है वो काहदे विच कन्वर्ट हो जाती है वाटर दे विच। क्यों? क्योंकि जिहड़ा अपने को रूम टैंपरेचर है वो फ्रीजर के टैंपरेचर नालों की है ज़्यादा है। सो टैंपरेचर इनक्रीज़ होने करके अपने को जिहड़ा आइस है वो काहदे विच कन्वर्ट हो जाती है वाटर दे विच। अगर अपने को वाटर है उही वाले वाटर नूं अगर आपां किसी पैन दे विच रख के हीट करते हैं, गर्म करते हैं, तो जिहड़ा वो वाटर है थोड़े टाइम बाद की हो जाएगा, काहदे विच कन्वर्ट हो जाएगा वेपर्स दे विच। वो वाली जिहड़ी वेपर है, वेपर फॉर्म है, उन्होंने की कहने आपां गैस। तो इत्थे जिहड़ा अपने को सारा फैक्टर काम कर रहा है वो काहदे विच कर रहा है टैंपरेचर ते। सिमिलरली अपने को द स्टेट ऑफ द सबसटेंस कैन आल्सो बी चेंज्ड बाय द प्रैशर। जिहड़ा एक तो पढ़ ही चुके आप टैंपरेचर करके, दूजा जिहड़ा अपने को स्टेट चेंज होंदी है वो काहदे करके होंदी है ड्यू टू प्रैशर। फॉर एग्जांपल देखो, ऑन अप्लाइंग प्रैशर लिक्विड चेंजिज इनटू सॉलिड्स। लिक्विड ने जिहड़े वो काहदे विच कन्वर्ट हो जाते हैं सॉलिड्स दे विच वैन प्रैशर इज अप्लाइड। क्यों होंदे ने? देखो जिहड़े अपने को लिक्विड्स ने, लिक्विड्स दे जिहड़े पार्टिकल्स ने वो थोड़े की पे होंदे ने अपने को दूर दूर पे होंदे ने। ठीक है। ਜਦੋਂ ਆਪਾਂ ਇਹਨਾਂ ਤੇ ਫੋਰਸ ਅਪਲਾਈ ਕਰਾਂਗੇ, ਮੀਨਜ਼ ਪ੍ਰੈਸ਼ਰ ਅਪਲਾਈ ਕਰਾਂਗੇ, ਜਦੋਂ ਪ੍ਰੈਸ਼ਰ ਅਪਲਾਈ ਕਰਾਂਗੇ ਤਾਂ ਜਿਹੜੇ ਪਾਰਟੀਕਲਸ ਨੇ ਨੇੜੇ ਚਲੇ ਜਾਣਗੇ। ਜਦੋਂ ਪਾਰਟੀਕਲਸ ਨੇੜੇ ਚਲੇ ਜਾਂਦੇ ਨੇ ਤਾਂ ਆਪਾਂ ਕੰਪੇਅਰ ਕਰੀਆਂ ਸੀ ਪ੍ਰੋਪਰਟੀ, ਸੋਲਿਡਸ ਦੀਆਂ ਪ੍ਰੋਪਰਟੀ ਕੀ ਸੀ, ਜਿਹੜੇ ਪਾਰਟੀਕਲ ਸੀ ਉਹ ਕੀ ਪਏ ਸੀ ਆਪਣੇ ਕੋਲ ਬਿਲਕੁਲ ਨਾਲ ਪਏ ਸੀ। ਜਿਹੜੇ ਲਿਕੁਇਡ ਸੀ ਉਹਨਾਂ ਦੇ ਪਾਰਟੀਕਲਸ ਕੀ ਸੀਗੇ, ਥੋੜ੍ਹੇ ਜਿਹੇ ਦੂਰ ਪਏ ਸੀ। ਉਸ ਤੋਂ ਬਾਅਦ ਗੈਸਿਸ ਦੇ ਜਿਹੜੇ ਪਾਰਟੀਕਲ ਸੀ ਉਹ ਬਹੁਤ ਜ਼ਿਆਦਾ ਕੀ ਸੀਗੇ, दूर पे सी। हुण अगर आप ये प्रैशर अप्लाई करिए तो जो प्रैशर अप्लाई करांगे जोड़े पार्टिकल्स ने वो नेड़े नेड़े आएंगे। जो नेड़े नेड़े आ जाएंगे पार्टिकल्स तो काहदे विच कन्वर्ट हो जाएंगे लिक्विड्स दे विच। जो लिक्विड के पार्टिकल से आप होर प्रैशर अप्लाई करांगे तो पार्टिकल्स होर नेड़े आ जाएंगे। जो होर नेड़े आ जाएंगे तो काहदे विच कन्वर्ट हो जाएंगे वो सॉलिड्स दे विच। तो इट मीनज ये सारी जी प्रोसैस है काहदे ते डिपेंड करती है अपने को काइनैटिक एनर्जी ऑफ द पार्टिकल्स। जिन्नी काइनैटिक एनर्जी पार्टिकल की ज़्यादा होएगी उन्नी मूवमेंट ज़्यादा होएगी, जिन्नी मूवमेंट ज़्यादा होएगी उन्ने पार्टिकल्स दूर जाएंगे, जिन्ने पार्टिकल्स दूर जाएंगे उन्नी वो स्टेट की होएगी चेंज होएगी। ठीक है। हम अपने को 4 तरह दी प्रोसैसिस हो सकती ने, किहड़ियां ने? देखो सॉलिड, सॉलिड काहदे विच कन्वर्ट होएगा लिक्विड, लिक्विड काहदे विच कन्वर्ट होएगा गैस। सैकेंड प्रोसैस की हो सकती है अपने को गैस काहदे विच कन्वर्ट हो जाएगी लिक्विड, लिक्विड काहदे विच कन्वर्ट हो जाएगा सॉलिड, मीनज ये अल्टर है, ये ओपोजिट है। थर्ड सॉलिड डायरैक्टली कन्वर्ट इनटू गैस एंड फोर्थ इज गैस डायरैक्टली कन्वर्ट इनटू सॉलिड। हुण फर्स्ट अपने को सॉलिड, सॉलिड इज गोइंग टू बी कन्वर्ट इनटू लिक्विड एंड लिक्विड इज गोइंग टू बी कन्वर्ट इनटू गैस। फॉर एग्जांपल आप पढ़ ही चुके आइस, आइस किहड़ी फॉर्म दे विच हुंदा सॉलिड। जदों आप टैंपरेचर इनक्रीज़ कर दिंदे हैं तो काहदे विच कन्वर्ट हो जाता वाटर, वाटर किहड़ी फॉर्म दे विच अपने को लिक्विड, लिक्विड का जदों आप टैंपरेचर होर इनक्रीज़ कर दिंदे हैं तो काहदे विच कन्वर्ट हो जाता अपने को वेपर्स, दैट इज़ गैस। सिमिलरली अगर आप ये ओपोजिट रखिए टैंपरेचर नूं डिक्रीज़ कर दीए तो जिहड़ी गैसियस ने, गैसियस का टैंपरेचर जदों डिक्रीज़ करांगे तो जी काइनैटिक एनर्जी वो की हो जाएगी पार्टिकल्स की डिक्रीज़, तो गैस काहदे विच कन्वर्ट हो जाएगी लिक्विड दे विच। लिक्विड का टैंपरेचर अगर आप होर ज़्यादा डिक्रीज़ कर दीए तो पार्टिकल की एनर्जी होर डिक्रीज़ हो जाएगी, पार्टिकल की एनर्जी होर घटन दे नाल उहनूं होर घटन दे नाल वो काहदे विच कन्वर्ट हो जाएगा सॉलिड्स दे विच। दैट मीनज वेपर्स विच इज़ गोइंग टू कन्वर्ट इनटू वाटर एंड वाटर इज़ गोइंग टू बी कन्वर्ट इनटू आइस ऑन डिक्रीज़ इन टैंपरेचर। हुण इत्थे जिहड़ी आ सारी अपने को प्रोसैस है ये सारी काहदे ते बेस्ड है अपने को टैंपरेचर। टैंपरेचर मीनज अपने को काहदे ते डिपेंड करती है हीट पे। हुण सैकेंड जिहड़ा नैक्सट टॉपिक है दैट इज़ लेटेंट हीट, इंपॉर्टेंट है। लेटेंट हीट की हुंदा अपने को देखो सॉलिड, सॉलिड तो लिक्विड, लिक्विड तो गैस। सॉलिड लिक्विड तो लिक्विड कदों बनता है जब इनू आप हीट की कर रहे हैं, दे रहे हैं, हीट की कर रहे हैं, दे रहे हैं। लिक्विड तो गैस जो आप होर हीट दे रहे हैं। ठीक है। देखो
ਕੀ ਹੁੰਦਾ ਲੇਟੈਂਟ ਹੀਟ? ਜਦੋਂ ਆਪਣੇ ਕੋਲ ਸੋਲਿਡਸ ਤੋਂ ਲਿਕਵਿਡਸ ਤੋਂ ਗੈਸ ਬਣਦਾ ਤਾਂ ਹੀਟ ਕੀ ਹੁੰਦੀ ਹੈ ਆਪਣੇ ਕੋਲ? ਐਬਜ਼ਰਬ ਮੀਨਜ਼ ਹੀਟ ਦੀ ਜ਼ਰੂਰਤ ਪੈਂਦੀ ਹੈ ਇਹ ਵਾਲੀ ਪ੍ਰੋਸੈਸ ਦੇ ਵਿੱਚ। ਜਦੋਂ ਆਪਾਂ ਓਪੋਜ਼ਿਟ ਚੱਲਾਂਗੇ ਮੀਨਜ਼ ਗੈਸ ਤੋਂ ਲਿਕਵਿਡ ਤੋਂ ਸੋਲਿਡ, ਤਾਂ ਉੱਥੇ ਹੀਟ ਕੀ ਹੋਏਗੀ? ਇਵੋਲਵ ਮੀਨਜ਼ ਹੀਟ ਰਿਲੀਜ਼ ਹੋਏਗੀ ਇਹ ਵਾਲੀ ਪ੍ਰੋਸੈਸ ਦੇ ਵਿੱਚ। ਇਹਦੇ ਵਿੱਚ ਹੀਟ ਐਬਜ਼ੋਰਬ ਮੀਨਜ਼ ਹੀਟ ਕਿਸੇ ਵੀ ਪ੍ਰੋਸੈਸ ਦੇ ਵਿੱਚ ਹੀਟ ਯੂਜ਼ਡ ਹੋ ਰਹੀ ਹੈ, ਉਹਨੂੰ ਕੀ ਕਹਿੰਦੇ ਆਪਾਂ? ਐਬਜ਼ੋਰਪਸ਼ਨ ਆਫ ਹੀਟ। ਜਿਹਦੇ ਵਿੱਚ ਹੀਟ ਬਾਹਰ ਆ ਰਹੀ ਹੈ, ਇਵੋਲਵ ਹੋ ਰਹੀ ਹੈ, ਉਹਨੂੰ ਕੀ ਕਹਿੰਦੇ ਆਪਾਂ? ਐਵੋਲਿਊਸ਼ਨ ਆਫ ਹੀਟ। ਦੇਖੋ ਲੇਟੈਂਟ ਹੀਟ ਕੀ ਹੁੰਦਾ ਆਪਣੇ ਕੋਲ? ਇਟ ਇਜ਼ ਦਾ ਅਮਾਊਂਟ ਆਫ ਹੀਟ ਰਿਲੀਜ਼ਡ ਔਰ ਐਬਜ਼ੋਰਬ ਡਿਊਰਿੰਗ ਦਾ ਚੇਂਜ ਆਫ ਸਟੇਟ ਆਫ ਦਾ ਸਬਸਟੈਂਸ। ਕਿਸੇ ਵੀ ਸਬਸਟੈਂਸ ਦੀ ਜਦੋਂ ਆਪਾਂ ਹੀਟ ਸਟੇਟ ਚੇਂਜ ਕਰਦੇ ਹਾਂ ਤਾਂ ਉਹਦੇ ਵਿੱਚ ਹੀਟ ਜਾਂ ਕੀ ਹੋਏਗੀ ਆਪਣੇ ਕੋਲ? ਐਬਜ਼ਰਬ ਹੋਏਗੀ ਜਾਂ ਹੀਟ ਇਵੋਲਵ ਹੋਏਗੀ। ਤਾਂ ਉਹ ਵਾਲੀ ਹੀਟ, ਕਿੰਨੀ ਹੀਟ ਇਵੋਲਵ ਹੋ ਰਹੀ ਹੈ ਆਪਣੇ ਕੋਲ ਜਾਂ ਹੀਟ ਐਬਜ਼ਰਬ ਹੋ ਰਹੀ ਹੈ, ਉਹ ਵਾਲੀ ਹੀਟ ਨੂੰ ਆਪਾਂ ਕੀ ਕਹਿੰਦੇ ਹਾਂ? ਲੇਟੈਂਟ ਹੀਟ। ਹੁਣ ਜਿੱਦਾਂ ਦੇਖੋ ਸੋਲਿਡਸ ਤੋਂ ਲਿਕਵਿਡਸ ਤੋਂ ਗੈਸ, ਇਹਦੇ ਵਿੱਚ ਹੀਟ ਕੀ ਹੋ ਰਹੀ ਹੈ? ਐਬਜ਼ਰਬ। ਹੀਟ ਐਬਜ਼ਰਬ ਹੋ ਰਹੀ ਹੈ ਤਾਂ ਇੱਥੇ ਮੈਂ ਕਾਹਦੇ ਨਾਲ ਸ਼ੋ ਕੀਤਾ ਹੈ? H ਪੋਜ਼ੀਟਿਵ ਮੀਨਜ਼ ਹੀਟ, ਪੋਜ਼ੀਟਿਵ ਮੀਨਜ਼ ਐਬਜ਼ੋਰਪਸ਼ਨ। ਹੁਣ ਸਿਮਿਲਰਲੀ ਅਗਰ ਆਪਾਂ ਗੈਸ ਤੋਂ ਲਿਕਵਿਡਸ ਤੋਂ ਸੋਲਿਡਸ ਦੇ ਵਿੱਚ ਆ ਰਹੇ ਹਾਂ ਤਾਂ ਇੱਥੇ ਹੀਟ ਕੀ ਹੋਏਗੀ ਆਪਣੇ ਕੋਲ? ਰਿਲੀਜ਼। ਤਾਂ ਮੈਂ ਇਹਨੂੰ ਕਦੇ ਨਾਲ ਸ਼ੋ ਕੀਤਾ? H ਮੀਨਜ਼ ਹੀਟ, ਨੈਗੇਟਿਵ ਸਾਈਨ ਕੀ ਸ਼ੋ ਕਰਦਾ? ਰਿਲੀਜ਼ ਆਫ ਹੀਟ। ਉਸ ਤੋਂ ਬਾਅਦ ਦੇਖੋ ਜਿਹੜਾ ਨੈਕਸਟ ਟੋਪਿਕ ਹੈ ਆਪਣਾ ਦੈਟ ਇਜ਼ ਮੈਲਟਿੰਗ ਔਰ ਫਿਊਜ਼ਨ। ਮੈਲਟਿੰਗ ਮੀਨਜ਼ ਆਪਣੇ ਕੋਲ ਸਟੇਟ ਚੇਂਜ ਕਰਨਾ ਸੋਲਿਡਸ ਤੋਂ ਲਿਕਵਿਡਸ ਦੇ ਵਿੱਚ, ਉਹ ਵਾਲੀ ਪ੍ਰੋਸੈਸ ਨੂੰ ਆਪਾਂ ਹੋਰ ਕੀ ਕਹਿ ਸਕਦੇ ਹਾਂ? ਫਿਊਜ਼ਨ। ਸੋ ਦ ਚੇਂਜ ਇਨ ਅ ਸਬਸਟੈਂਸ ਫਰੋਮ ਸੋਲਿਡ ਇਨਟੂ ਲਿਕਵਿਡ ਇਜ਼ ਕਾਲਡ ਮੈਲਟਿੰਗ। ਹੁਣ ਦੇਖੋ ਆਪਾਂ ਸੋਲਿਡਸ ਤੋਂ ਕਾਹਦੇ ਵਿੱਚ ਕਨਵਰਟ ਕਰ ਰਹੇ ਹਾਂ ਆਪਾਂ? ਲਿਕਵਿਡ ਦੇ ਵਿੱਚ। ਜਿਹੜੀ ਇਹ ਵਾਲੀ ਪ੍ਰੋਸੈਸ ਹੈ ਸੋਲਿਡਸ ਤੋਂ ਲਿਕਵਿਡ ਦੇ ਵਿੱਚ ਕਨਵਰਟ ਕਰਨ ਵਾਲੀ, ਇਹਨੂੰ ਕੀ ਕਹਿੰਦੇ ਆ ਆਪਾਂ? ਮੈਲਟਿੰਗ ਔਰ ਆਲਸੋ ਨੋਨ ਐਜ਼ ਫਿਊਜ਼ਨ। ਠੀਕ ਹੈ। ਕਿੰਨੇ ਟੈਂਪਰੇਚਰ 'ਤੇ ਆ ਕੇ, ਹੁਣ ਦੇਖੋ ਸੋਲਿਡਸ ਤੋਂ ਲਿਕਵਿਡ ਦੇ ਵਿੱਚ ਕਨਵਰਟ ਕਰਨ ਲਈ ਇਹਨੂੰ ਆਪਾਂ ਕੀ ਕਰਦੇ ਸੀ? ਹੀਟ ਪੋਜ਼ੀਟਿਵ ਮੀਨਜ਼ ਹੀਟ ਐਬਜ਼ਰਬ ਹੋ ਰਹੀ ਹੈ ਪ੍ਰੋਸੈਸ ਦੇ ਵਿੱਚ। ਕਿੰਨੀ ਹੀਟ ਹੋ ਰਹੀ ਹੈ ਉਹਨੂੰ ਕੀ ਕਹਿੰਦੇ ਸੀ ਆਪਾਂ? ਲੇਟੈਂਟ ਹੀਟ। ਹੁਣ ਇੱਕ ਟੈਂਪਰੇਚਰ ਸੋਲਿਡ ਹੈ, ਇੱਕ ਮੰਨ ਲਓ ਆਪਣੇ ਕੋਲ ਸਬਸਟੈਂਸ ਸੋਲਿਡ ਹੈ, ਉਹਨੂੰ ਆਪਾਂ ਹੀਟ ਦੇ ਰਹੇ ਹਾਂ ਤਾਂ ਉਹ ਹੌਲੀ ਹੌਲੀ ਕਾਹਦੇ ਵਿੱਚ ਕਨਵਰਟ ਹੋ ਜਾਊਗਾ? ਲਿਕਵਿਡਸ ਦੇ ਵਿੱਚ। ਕਿੰਨੇ ਟੈਂਪਰੇਚਰ 'ਤੇ ਆਪਣੇ ਕੋਲ ਪੂਰਾ ਜਿਹੜਾ ਸੋਲਿਡ ਸੀ ਉਹ ਕਾਹਦੇ ਵਿੱਚ ਕਨਵਰਟ ਹੋ ਰਿਹਾ? ਲਿਕਵਿਡ ਦੇ ਵਿੱਚ ਕਨਵਰਟ ਹੋ ਰਿਹਾ। ਉਹ ਵਾਲੀ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹਾਂ? ਮੈਲਟਿੰਗ ਪੁਆਇੰਟ। ਹੁਣ ਸੋਲਿਡ ਹੈ, ਸੋਲਿਡ ਇੱਕੋ ਦਮ ਤਾਂ ਲਿਕਵਿਡਸ ਦੇ ਵਿੱਚ ਕਨਵਰਟ ਨਹੀਂ ਹੁੰਦਾ, ਠੀਕ ਹੈ। ਪਹਿਲਾਂ ਸੋਲਿਡ ਹੌਲੀ ਹੌਲੀ ਕੀ ਹੋਏਗਾ? ਸੌਫਟ ਹੋਏਗਾ, ਉਸ ਤੋਂ ਬਾਅਦ ਕਾਹਦੇ ਵਿੱਚ ਕਨਵਰਟ ਹੋਏਗਾ? ਲਿਕਵਿਡ ਦੇ ਵਿੱਚ ਕਨਵਰਟ ਹੋਏਗਾ। ਦੇਖੋ ਮੈਲਟਿੰਗ ਪੁਆਇੰਟ, ਇਟ ਇਜ਼ ਦਾ ਟੈਂਪਰੇਚਰ ਐਟ ਵਿਚ ਸੋਲਿਡ ਚੇਂਜਿਸ ਇਨਟੂ ਲਿਕਵਿਡਸ ਔਨ ਹੀਟਿੰਗ। ਮੀਨਜ਼ ਆਪਾਂ ਕੀ ਕਰਾਂਗੇ? ਜਿਹੜਾ ਸੋਲਿਡ ਹੈ, ਸੋਲਿਡ ਨੂੰ ਹੀਟ ਕਰਾਂਗੇ ਤਾਂ ਹੀਟ ਕਰਨ ਦੇ ਨਾਲ ਕੀ ਹੋ ਜਾਏਗਾ? ਜਿਹੜਾ ਸੋਲਿਡ ਹੈ ਵਿਚ ਇਜ਼ ਗੋਇੰਗ ਟੂ ਬੀ ਮੈਲਟ। ਫੋਰ ਐਗਜ਼ਾਮਪਲ ਆਈਸ ਇਜ਼ ਗੋਇੰਗ ਟੂ ਕਨਵਰਟ ਇਨਟੂ ਵਾਟਰ ਔਨ ਹੀਟਿੰਗ। ਠੀਕ ਹੈ। ਕਿੰਨੇ ਟੈਂਪਰੇਚਰ 'ਤੇ ਆ ਕੇ ਆਪਣੇ ਕੋਲ ਪੂਰੀ ਆਈਸ ਹੈ ਜਿਹੜੀ ਉਹ ਕਾਹਦੇ ਵਿੱਚ ਕਨਵਰਟ ਹੋ ਰਹੀ ਹੈ? ਵਾਟਰ ਦੇ ਵਿੱਚ। ਉਹ ਵਾਲੇ ਟੈਂਪਰੇਚਰ ਨੂੰ ਆਪਾਂ ਕੀ ਕਹਾਂਗੇ? ਮੈਲਟਿੰਗ ਪੁਆਇੰਟ। ਉਸ ਤੋਂ ਬਾਅਦ ਨੈਕਸਟ ਡੈਫੀਨੇਸ਼ਨ ਹੈ ਆਪਣੇ ਕੋਲ ਲੇਟੈਂਟ ਹੀਟ ਆਫ ਫਿਊਜ਼ਨ। ਦ ਅਮਾਊਂਟ ਆਫ ਹੀਟ required to convert 1 unit mass means 1 unit mass substance ਨੂੰ ਆਪਾਂ ਸੋਲਿਡ ਤੋਂ ਲਿਕਵਿਡ ਦੇ ਵਿੱਚ ਕਨਵਰਟ ਕਰਨ ਦੇ ਲਈ ਜਿਹੜੀ ਆਪਾਂ ਨੂੰ ਹੀਟ ਚਾਹੀਦੀ ਆ ਉਹਨੂੰ ਆਪਾਂ ਕੀ ਕਹਿੰਦੇ ਆ? ਲੇਟੈਂਟ ਹੀਟ ਆਫ ਫਿਊਜ਼ਨ ਐਟ ਇਟਸ ਮੈਲਟਿੰਗ ਪੁਆਇੰਟ। ਮੰਨ ਲਓ ਫੋਰ ਐਗਜ਼ਾਮਪਲ ਅਗਰ ਆਪਾਂ 1 ਗ੍ਰਾਮ ਸੋਲਿਡਸ ਦੀ ਗੱਲ ਕਰੀਏ, 1 ਗ੍ਰਾਮ ਸੋਲਿਡ ਨੂੰ ਅਗਰ ਆਪਾਂ ਲਿਕਵਿਡ ਦੇ ਵਿੱਚ ਕਨਵਰਟ ਕਰਨਾ ਹੈ ਤਾਂ 1 ਗ੍ਰਾਮ ਸੋਲਿਡ ਨੂੰ ਲਿਕਵਿਡ ਦੇ ਵਿੱਚ ਕਨਵਰਟ ਕਰਨ ਲਈ ਆਪਾਂ ਨੂੰ ਇਸ ਦੇ ਮੈਲਟਿੰਗ ਪੁਆਇੰਟ 'ਤੇ ਕਿੰਨੀ ਹੀਟ ਚਾਹੀਦੀ ਹੈ? ਮੀਨਜ਼ ਆਪਣਾ ਸਿੰਪਲੀ 1 ਗ੍ਰਾਮ ਸੋਲਿਡ ਨੂੰ 1 ਗ੍ਰਾਮ ਸੋਲਿਡ ਨੂੰ ਲਿਕਵਿਡ ਦੇ ਵਿੱਚ ਕਨਵਰਟ ਕਰਨ ਲਈ ਕਿੰਨੀ ਹੀਟ ਚਾਹੀਦੀ ਹੈ? ਦੈਟ ਇਜ਼ ਨੋਨ ਐਜ਼ ਲੇਟੈਂਟ ਹੀਟ ਆਫ ਫਿਊਜ਼ਨ। ਫੋਰ ਐਗਜ਼ਾਮਪਲ ਅਗਰ ਆਪਾਂ ਆਈਸ ਦੀ ਗੱਲ ਕਰੀਏ ਤਾਂ ਆਈਸ ਦੀ ਜਿਹੜੀ ਲੇਟੈਂਟ ਹੀਟ ਆਫ ਫਿਊਜ਼ਨ ਹੁੰਦੀ ਆ ਉਹ ਕਿੰਨੀ ਆ ਆਪਣੇ ਕੋਲ? 3.34 ਇੰਟੂ 10⁵ ਕਿਲੋ ਜੂਲ ਪਰ ਗ੍ਰਾਮ। ਮੀਨਜ਼ 1 ਗ੍ਰਾਮ ਆਈਸ ਨੂੰ ਮੈਲਟ ਕਰਨ ਦੇ ਲਈ ਆਪਣੇ ਕੋਲ ਕਿੰਨੀ ਹੀਟ ਦੀ ਜ਼ਰੂਰਤ ਹੈ? 3.34 ਇੰਟੂ 10⁵ ਕਿਲੋ ਜੂਲ।